ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਦਿਨੀਂ ਜੋ ਇੱਕ ਖਬਰ ਆ ਰਹੀ ਹੈ ਕਿ ਭਾਰਤ ਸਰਕਾਰ ਵੱਲੋਂ ਸਾਹਿਬਜ਼ਾਦਿਆਂ ਨੂੰ ਵੀਰ ਬਾਲ ਦਿਵਸ ਦੇ ਵਜੋਂ ਮਨਾਇਆ ਜਾਵੇਗਾ। ਉਹਨਾਂ ਦੇ ਸ਼ਹੀਦੀ ਦਿਹਾੜੇ ਨੂੰ 26 ਦਸੰਬਰ ਵਾਲੇ ਦਿਨ। ਇਹਦੇ ਬਾਰੇ ਬਹੁਤ ਸਾਰੇ ਵਿਚਾਰ ਆ ਰਹੇ ਹਨ। ਸਿੱਖਾਂ ਦੇ ਅੰਦਰ ਵੀ ਵੱਖਰੇ ਵੱਖਰੇ ਵਿਚਾਰ ਹਨ। ਇਸ ਫੈਸਲੇ ਨੂੰ ਕੁਝ ਸਿੱਖ ਗਲਤ ਕਹਿ ਰਹੇ ਹਨ, ਕੁਝ ਸਹੀ ਕਹਿ ਰਹੇ ਹਨ। ਇਸ ਵੀਡੀਓ ਦੇ ਵਿੱਚ ਅੱਗੇ ਜਾ ਕੇ ਆਪਾਂ ਵਿਚਾਰ ਕਰਨੀ ਹੈ ਕਿ ਇਹ ਸਹੀ ਹੈ ਜਾਂ ਗਲਤ ਹੈ। ਸਭ ਤੋਂ ਜ਼ਰੂਰੀ ਵਿਚਾਰਨ ਵਾਲੀ ਜੋ ਗੱਲ ਹੈ ਉਹ ਇਹ ਹੈ ਕਿ ਇੱਕ ਸਿੱਖ ਧਰਮ ਦੇ ਏਡੇ ਵੱਡੇ ਮਹਾਨ ਯੋਧੇ ਸੂਰਬੀਰ ਹੋਣ ਅਤੇ ਉਹਨਾਂ ਦੇ ਨਾਮ ਦੇ ਉੱਤੇ, ਉਹਨਾਂ ਦੇ ਸ਼ਹੀਦੀ ਦਿਹਾੜੇ ਉੱਤੇ ਜਾਂ ਉਹਨਾਂ ਨੂੰ ਸਮਰਪਿਤ ਕੋਈ ਵੀ ਅਸੀਂ ਤਖੱਲਸ ਵਰਤਦੇ ਹਾਂ ਜਾਂ ਅਵਾਰਡ ਰੱਖਣਾ ਹੈ ਜਾਂ ਦਿਹਾੜਾ ਰੱਖਣਾ ਹੈ, ਕੋਈ ਨਾਮ ਰੱਖਣਾ ਹੈ, ਕਿਸੇ ਵੀ ਸਰਕਾਰ ਨੇ ਰੱਖਣਾ ਹੋਵੇ, ਕਿਸੇ ਸੰਸਥਾ ਨੇ ਰੱਖਣਾ ਹੋਵੇ, ਚਾਹੀਦਾ ਤਾਂ ਹੈ ਵੀ ਇਹਦੇ ਬਾਰੇ ਸਿੱਖ ਸੰਗਤ ਦੀ ਰਾਏ ਲੈਣੀ ਜਾਂ ਸਿੱਖ ਆਗੂ ਜਾਂ ਵਿਦਵਾਨ ਜਾਂ ਜਥੇਦਾਰ ਉਹਨਾਂ ਦੇ ਨਾਲ ਇਹਦੇ ਬਾਰੇ ਵਿਚਾਰ ਕਰ ਲੈਣੀ ਜ਼ਰੂਰੀ ਹੈ। ਪਰ ਅਫਸੋਸ ਕੋਈ ਕਿਸੇ ਨੂੰ ਪੁੱਛਦਾ ਨਹੀਂ ਹੈ। ਜਿਹੜਾ ਮਰਜ਼ੀ ਆਪਣੇ ਤੌਰ ਦੇ ਉੱਤੇ ਕੱਲ੍ਹ ਨੂੰ ਕਿਸੇ ਤਰ੍ਹਾਂ ਦਾ ਅਵਾਰਡ ਐਲਾਨ ਕਰ ਸਕਦਾ ਹੈ, ਚਾਹੇ ਉਹ 10ਵੇਂ ਪਾਤਸ਼ਾਹ ਦੇ ਨਾਮ 'ਤੇ ਹੋਵੇ, ਚਾਹੇ ਉਹ ਸਾਹਿਬਜ਼ਾਦਿਆਂ ਦੇ ਨਾਮ 'ਤੇ ਹੋਵੇ, ਜਾਂ ਬੰਦਾ ਸਿੰਘ ਬਹਾਦਰ ਜਾਂ ਭਾਈ ਘਨੱਈਆ ਜੀ ਜਾਂ ਹੋਰ ਕੌਮ ਦੇ ਸ਼ਹੀਦ ਸਿੰਘਾਂ ਦੇ ਨਾਮ 'ਤੇ ਹੋਵੇ। ਹੁਣ ਇਹਦੇ ਬਾਰੇ ਵਿਚਾਰ ਕਰੀਏ ਵੀ ਇਹ ਜੋ ਸ਼ਬਦ ਵਰਤਿਆ ਹੈ ਵੀਰ ਬਾਲ ਦਿਵਸ, ਇਹ ਕਿੰਨਾ ਕੁ ਸਹੀ ਹੈ। ਵੀਰ ਸ਼ਬਦ ਦਾ ਮਤਲਬ ਹੈ ਬਹਾਦਰ, ਜਿਹੜਾ ਮਹਾਨ ਬਹਾਦਰ ਹੋਵੇ, ਦਲੇਰ ਹੋਵੇ। ਹੁਣ ਇਸ ਵੀਰ ਸ਼ਬਦ ਦੇ ਕਈ ਅਰਥ ਨੇ। ਮੇਨ ਅਰਥ ਤਾਂ ਇਹੋ ਹੀ ਹੈ ਕਿ ਬਹਾਦਰ ਹੈ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਸ੍ਰੀ ਜਪਜੀ ਸਾਹਿਬ ਦੇ ਵਿੱਚ ਵੀਰ ਸ਼ਬਦ ਵਰਤਿਆ ਹੈ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ। ਜਦੋਂ ਮਹਾਰਾਜ ਦੱਸ ਰਹੇ ਨੇ ਕਿ ਪਰਮਾਤਮਾ ਦੀ ਸਿਫਤ ਕੌਣ ਕੌਣ ਕਰ ਰਿਹਾ ਹੈ, ਕੌਣ ਕੌਣ ਗਾ ਰਿਹਾ ਹੈ, ਅਤੇ ਉਹਦੇ ਵਿੱਚ ਇੱਕ ਪੰਕਤੀ ਆਉਂਦੀ ਹੈ, ਗਾਵਣ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ। ਵੀਰ ਕਰਾਰੇ ਦਾ ਮਤਲਬ ਵੀ ਕਰੜੇ ਵੀਰ ਜਿਹੜੇ ਬਹਾਦਰ ਹਨ ਉਹ ਵੀ ਪਰਮਾਤਮਾ ਨੂੰ ਗਾ ਰਹੇ ਹਨ। ਹੁਣ ਇੱਕ ਵੀਰ ਸ਼ਬਦ ਹਿੰਦੂ ਧਰਮ ਦੇ ਵਿੱਚ 52 ਵੀਰ ਹਨ। ਸਕੰਦ ਪੁਰਾਣ ਦੇ ਵਿੱਚ ਉਹਨਾਂ ਦਾ ਜ਼ਿਕਰ ਹੈ, ਉਹਨਾਂ ਦੇ ਨਾਮ ਵੀ ਮੌਜੂਦ ਹਨ। ਦਾਸ ਉੱਪਰ ਸਕਰੀਨ ਦੇ ਉੱਪਰ ਦਿਖਾ ਦੇਵੇਗਾ ਉਹ ਕਿਹੜੇ ਹਨ 52 ਵੀਰਾਂ ਦੇ ਨਾਮ। ਸੋ 52 ਵੀਰ ਉਹ ਹਨ। ਇੱਕ ਹੋਰ ਮਾਨਤਾ ਹੈ ਹਿੰਦੂ ਧਰਮ ਦੇ ਵਿੱਚ ਵੀ ਕਾਲੀ ਮਾਤਾ ਦੇ ਉਪਾਸ਼ਕ ਦੇਵਤਿਆਂ ਦੇ ਵਿੱਚੋਂ ਹੀ ਜਿਹੜੇ ਦੇਵਤੇ ਹਨ, ਦੇਵਤਿਆਂ ਦੇ ਪੁਜਾਰੀ ਕਹਿ ਲਓ ਜਾਂ ਉਹਨਾਂ ਦੇ ਗਣ ਕਹਿ ਲਓ, ਉਹਨਾਂ ਦੇ ਸੇਵਕ ਕਹਿ ਲਓ, ਉਹ ਵੀ 52 ਵੀਰ ਆਪਣੇ ਤੌਰ 'ਤੇ ਗਿਣਦੇ ਹਨ, ਜਿਹੜੇ ਕਾਲਕਾ ਦੀ ਭਗਤੀ ਕਰਕੇ ਵੀਰ ਬਣੇ ਹਨ, ਵੀਰ ਪਦਵੀ ਨੂੰ ਪ੍ਰਾਪਤ ਹੋਏ ਹਨ। ਇੱਕ ਹੋਰ ਗੂਗਲ ਦੇ ਉੱਤੇ ਸਰਚ ਕਰ ਲੈਣਾ, ਉਹਦੇ ਵਿੱਚ ਵੀ ਜਦੋਂ ਬਾਲ ਵੀਰ ਲਿਖੋਗੇ ਨਾ ਤੁਸੀਂ, ਇੱਥੇ ਤੇ ਹੈ ਨਾ ਵੀਰ ਬਾਲ, ਉੱਥੇ ਬਾਲ ਵੀਰ ਨੂੰ ਸਰਚ ਕਰੋ YouTube ਦੇ ਉੱਤੇ ਜਾਂ ਗੂਗਲ ਦੇ ਉੱਤੇ, ਤਾਂ ਉਹਦੇ ਵਿੱਚ ਇੱਕ ਹਿੰਦੁਸਤਾਨ ਦੇ ਇੰਡੀਆ ਦੇ ਚੈਨਲ ਦੇ ਉੱਤੇ ਇੱਕ ਐਪੀਸੋਡ ਚੱਲਦਾ ਹੈ, ਸੀਰੀਅਲ ਚੱਲਦਾ ਹੈ, ਨਾਟਕ, ਜਿਹਦੇ ਵਿੱਚ ਇੱਕ ਕਾਲਪਨਿਕ ਕਹਾਣੀਆਂ ਸਟੋਰੀ ਉਹਨੂੰ ਬਣਾ ਕਰਕੇ ਉਹਦਾ ਫਿਲਮੀਕਰਨ ਕਰਕੇ ਇੱਕ ਛੋਟੇ ਜਿਹੇ ਬੱਚੇ ਨੂੰ ਬਾਲਵੀਰ ਆਖਦੇ ਨੇ। ਅਤੇ ਉਹਦੇ ਕੋਲੋਂ ਜਿਹੜੇ ਹੋਰ ਸਪਾਈਡਰਮੈਨ ਜਿਵੇਂ ਹੋਰ ਚੱਲਦੇ ਹਨ ਨਾਟਕ ਜਾਂ ਸੀਰੀਅਲ ਹਨ, ਜਿਹੜੀਆਂ ਫਿਲਮਾਂ ਬਣਦੀਆਂ ਹਨ ਹਾਲੀਵੁੱਡ ਬਾਲੀਵੁੱਡ ਦੇ ਵਿੱਚ, ਵੱਖੋ ਵੱਖ ਤਰ੍ਹਾਂ ਦੇ ਬੱਚਿਆਂ ਦੇ ਹੀਰੋ ਜਿਹੜੇ ਨੇ ਬਣਾਏ ਜਾਂਦੇ ਹਨ 3D ਜਾਂ ਨੈੱਟ ਦੇ ਰਾਹੀਂ ਐਨੀਮੇਸ਼ਨ ਮੂਵੀ ਦੇ ਵਿੱਚ। ਇਸ ਤਰ੍ਹਾਂ ਹੀ ਇੱਕ ਉਹਦੇ ਨਾਲ ਰਿਲੇਟਡ ਬਾਲਵੀਰ ਨਾਂ ਦਾ ਇੱਕ ਐਪੀਸੋਡ ਜਿਹੜਾ ਹੈ ਚੱਲਦਾ ਹੈ। ਉਹ ਬਾਲਵੀਰ ਉਹਨੂੰ ਤਾਂ ਕਹਿੰਦੇ ਨੇ ਕਿਉਂਕਿ ਉਹ ਵੀਰਤਾ ਦੇ ਕੰਮ ਕਰਦਾ ਉਹਨਾਂ ਦੇ ਹਿਸਾਬ ਨਾਲ, ਅਤੇ ਬੱਚੇ ਬਹੁਤ ਜ਼ਿਆਦਾ ਦੇਖਦੇ ਹਨ।
ਕਹਿੰਦੇ ਜੀ ਉਹ ਜਿਵੇਂ ਸਪਾਈਡਰਮੈਨ ਉਹ ਦੁਸ਼ਮਣਾਂ ਨੂੰ ਮਾਰਦਾ ਹੈ, ਇਸੇ ਤਰ੍ਹਾਂ ਉਹ ਵੀ ਮਾਰਦਾ ਹੈ ਅਤੇ ਪਰੀਆਂ ਦੇ ਦੇਸ਼ ਵਿੱਚੋਂ ਆਇਆ ਹੈ। ਇੱਦਾਂ ਦੀ ਕੋਈ ਸਟੋਰੀ ਹੈ, ਤੁਸੀਂ ਪੂਰੀ ਪੜ੍ਹ ਲੈਣਾ। ਸੋ ਇਸ ਤਰ੍ਹਾਂ ਇੱਕ ਹੋਰ ਗੂਗਲ ਦੇ ਵਿੱਚ ਸਰਚ ਕਰਨਾ, 26 ਜਨਵਰੀ ਨੂੰ ਗਣਤੰਤਰ ਦਿਵਸ ਹੁੰਦਾ ਹੈ ਹਿੰਦੁਸਤਾਨ ਦਾ। ਉਹਦੇ ਵਿੱਚ ਇੱਕ ਪੁਰਸਕਾਰ ਦਿੱਤਾ ਜਾਂਦਾ ਹੈ ਉਹਨਾਂ ਬੱਚਿਆਂ ਨੂੰ ਜਿਹੜੇ ਬੱਚਿਆਂ ਨੇ, ਮੈਂ ਪੜ੍ਹ ਰਿਹਾ ਸੀ ਵੀ ਕਿਸੇ ਨੇ ਡੁੱਬਦੇ ਹੋਏ ਦੀ ਜਾਨ ਬਚਾਈ, ਕਿਸੇ ਦੇ ਘਰ ਕੋਈ ਚੋਰ ਵੜ ਗਏ, ਉਹਨਾਂ ਚੋਰਾਂ ਨੂੰ ਭਜਾਇਆ, ਕਿਸੇ ਨੇ ਕਿਸੇ ਨੂੰ ਸੜਕ ਦੇ ਉੱਤੇ ਦੁਰਘਟਨਾ ਦੇ ਵਿੱਚ ਚੁੱਕ ਕੇ ਹਸਪਤਾਲ ਪਹੁੰਚਾਇਆ, ਕਿਸੇ ਨੇ ਕਿਸੇ ਜਾਨਵਰ ਤੋਂ ਬਚਾਇਆ। ਸੋ ਇਸ ਤਰ੍ਹਾਂ ਦੇ ਹੋਰ ਵੀ ਕਈ ਤਰ੍ਹਾਂ ਦੇ ਬੱਚੇ ਜਿਹੜੇ ਇੱਦਾਂ ਦੇ ਕੰਮ ਕੀਤੇ ਹਨ ਬਹਾਦਰੀ ਵਾਲੇ, ਉਹਨਾਂ ਦੇ ਹਿਸਾਬ ਨਾਲ। ਅਤੇ ਉਹਨਾਂ ਨੂੰ ਗਣਤੰਤਰ ਦਿਵਸ ਵਾਲੇ ਦਿਨ ਬਾਲ ਵੀਰ ਪੁਰਸਕਾਰ ਦੇ ਨਾਲ ਸਨਮਾਨਿਤ ਕੀਤਾ ਜਾਂਦਾ ਹੈ ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ ਵੱਲੋਂ। ਹੁਣ ਮਸਲਾ ਇਹ ਹੈ, ਸਮਝਣ ਵਾਲੀ ਗੱਲ ਇਹ ਹੈ ਕਿ ਜੇਕਰ ਆਮ ਬੱਚਾ ਕੋਈ ਵੀ ਇਹੋ ਜਿਹਾ ਕੰਮ ਕਰਦਾ ਹੈ ਅਤੇ ਉਹਨੂੰ ਬਾਲ ਵੀਰ ਪੁਰਸਕਾਰ ਹਿੰਦੁਸਤਾਨ ਵੱਲੋਂ ਦਿੱਤਾ ਜਾਂਦਾ ਹੈ। ਇਸ ਵਾਰੀ ਪਿਛਲੇ ਸਾਲ ਸ਼ਾਇਦ 26 ਬੱਚਿਆਂ ਨੂੰ ਦਿੱਤਾ ਗਿਆ ਸੀਗਾ ਅਤੇ ਹਰ ਸਾਲ ਹੀ ਦਿੱਤਾ ਜਾਂਦਾ ਹੈ। ਹੁਣ ਦੇ ਸਮੇਂ ਦੇ ਵਿੱਚ ਜਿਹੜੇ ਸਿੱਖ ਕਹਿ ਰਹੇ ਹਨ ਕਿ ਇਹ ਜਿਹੜਾ ਵੀਰ ਬਾਲ ਦਿਵਸ ਹੈ, ਮੋਦੀ ਨੇ ਬੜਾ ਵਧੀਆ ਕੰਮ ਕੀਤਾ ਹੈ, ਬਹੁਤ ਸ਼ਲਾਘਾਯੋਗ ਹੈ, ਅਸੀਂ ਇਹਦੀ ਸ਼ਲਾਘਾ ਕਰਦੇ ਹਾਂ। ਵੀ ਹੁਣ ਦੇ ਸਮੇਂ ਦੇ ਵਿੱਚ ਤੁਹਾਨੂੰ ਲੱਗਦਾ ਹੈ ਵੀ ਇਹ ਕਾਰਜ ਵਧੀਆ ਹੈ। ਪਹਿਲੀ ਗੱਲ, ਸਾਹਿਬਜ਼ਾਦਿਆਂ ਨੂੰ ਅਸੀਂ ਆਖਦੇ ਹਾਂ ਕਿ ਉਹ ਸਾਡੇ ਬਾਬੇ ਨੇ, ਕੌਮ ਦੇ ਬਾਬੇ ਨੇ, ਪੰਥ ਦੇ ਬਾਬੇ ਨੇ, ਉਹ ਵੱਡਿਆਂ ਤੋਂ ਵੀ ਵੱਡੇ ਨੇ, ਮਹਾਨ ਸ਼ਹੀਦ ਨੇ। ਇੱਕ ਤਾਂ ਹੁੰਦੇ ਨਾ ਸ਼ਹੀਦ, ਉਹ ਮਹਾਨ ਸ਼ਹੀਦ ਨੇ, ਸੂਰਬੀਰ ਨੇ, ਅਮਰ ਸ਼ਹੀਦ ਨੇ। ਕਿਉਂਕਿ ਆਮ ਸ਼ਹੀਦ ਜਿਹੜਾ ਸ਼ਬਦ ਹੈ ਉਹ ਤਾਂ ਕੋਈ ਵੀ ਕਿਸੇ ਦੇਸ਼ ਦੇ ਵਿੱਚ ਕੋਈ ਦੇਸ਼ ਲਈ ਮਰੇ, ਚਾਹੇ ਉਹ ਆਰਮੀ 'ਚ ਹੈ ਜਾਂ ਕਿਸੇ ਵਿੱਚ ਵੀ ਪੁਲਿਸ ਦੇ ਵਿੱਚ ਹੈ ਜਾਂ ਕੋਈ ਵੀ ਕੌਮ ਦੇ ਵਾਸਤੇ ਜਾਂ ਦੇਸ਼ ਵਾਸਤੇ ਕੁਰਬਾਨ ਹੁੰਦਾ ਹੈ, ਉਹਨੂੰ ਸ਼ਹੀਦ ਕਹਿ ਦਿੱਤਾ ਜਾਂਦਾ। ਪਰ ਸ਼ਹੀਦ ਦੇ ਵਿੱਚ ਫਰਕ ਹੈ। ਸਾਹਿਬਜ਼ਾਦਿਆਂ ਦੀ ਸ਼ਹੀਦੀ ਅਤੇ ਆਮ ਇੱਕ ਫੌਜੀ ਦੀ ਸ਼ਹੀਦੀ ਵਿੱਚ ਬੜਾ ਫਰਕ ਹੈ। ਇੱਕ ਕਿਸੇ ਨੂੰ ਵੀਰ ਕਹਿਣਾ ਅਤੇ ਸਾਹਿਬਜ਼ਾਦਿਆਂ ਨੂੰ ਵੀਰ ਕਹਿਣਾ, ਇਹਦੇ ਵਿੱਚ ਵੀ ਫਰਕ ਹੈ। ਸੋ ਬੇਨਤੀ ਮੈਂ ਇਹ ਕਰ ਰਿਹਾ ਹਾਂ ਵੀ ਸਾਹਿਬਜ਼ਾਦਿਆਂ ਨੂੰ ਬਾਲ ਕਹਿਣਾ ਅਤੇ ਸਾਡੇ ਵਰਗਿਆਂ ਲੋਕਾਂ ਦਾ ਸਲਾਹੁਣਾ, ਇਹ ਨਿੰਦਣਯੋਗ ਹੈ। ਹੁਣ ਦੇ ਸਮੇਂ ਵਿੱਚ ਤੁਹਾਨੂੰ ਲੱਗਦਾ ਹੋਵੇਗਾ ਵੀ ਇਹ ਬੜੀ ਵੱਡੀ ਮਾਰ ਮਾਰੀ ਹੈ ਸਿੱਖ ਕੌਮ ਨੇ, ਬੜਾ ਵੱਡਾ ਤੋਹਫਾ ਦਿੱਤਾ ਹੈ ਸਰਕਾਰ ਨੇ। ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਬੱਚਿਆਂ ਨੇ ਵੱਡੇ ਹੋਣਾ ਹੈ, ਜਦੋਂ ਬਾਲ ਵੀਰ ਪੁਰਸਕਾਰ ਦੇ ਨਾਲ ਸਨਮਾਨਿਤ ਹੋਣਾ ਹੈ, ਲੋਕਾਂ ਨੂੰ ਪੜ੍ਹਿਆ ਜਾਵੇਗਾ ਜਾਂ ਇਹੋ ਜਿਹੇ ਸੀਰੀਅਲ ਹੋਰ ਪੈਦਾ ਕੀਤੇ ਜਾਣਗੇ ਬਾਲ ਵੀਰ ਦੇ ਨਾਂ ਦੇ ਹੇਠ, ਜਾਂ 52 ਵੀਰਾਂ ਦੀ ਗੱਲ ਚੱਲੇਗੀ, ਫਿਰ ਤੁਹਾਡੇ ਵਰਗਿਆਂ ਲਈ ਨਿਰਣਾ ਕਰਨਾ ਔਖਾ ਹੋ ਜਾਏਗਾ ਵੀ ਸਾਹਿਬਜ਼ਾਦੇ ਕਿਹੜੇ ਵੀਰ ਹਨ। ਉਹ 52 ਵੀਰਾਂ ਵਰਗੇ ਹਨ ਜਾਂ ਜਿਹੜੇ ਬੱਚੇ ਕਿਸੇ ਤੋਂ ਡੁੱਬਦੇ ਹੋਏ ਨੂੰ ਕੱਢ ਦਿੰਦੇ ਨੇ ਬਾਹਰ, ਉਹ ਵਾਲੇ ਵੀਰ ਹਨ, ਜਾਂ ਜਿਹੜੇ ਪੁਰਸਕਾਰ ਲੈ ਕੇ ਸਰਕਾਰ ਵੱਲੋਂ ਸਨਮਾਨਿਤ ਹੋਏ ਹਨ, ਜਾਂ ਉਹ ਵੀਰ ਹਨ। ਇਹ ਤੁਹਾਡੇ ਵੱਲੋਂ ਫੈਸਲਾ ਨਹੀਂ ਹੋ ਸਕੇਗਾ, ਤੁਸੀਂ ਇਸ ਗੱਲ ਦਾ ਫੈਸਲਾ ਨਹੀਂ ਕਰ ਸਕੋਗੇ। ਬੇਨਤੀ ਇਹ ਹੈ, ਸਾਹਿਬਜ਼ਾਦੇ ਬੜੀ ਉੱਚ ਪਦਵੀ ਦੇ ਮਹਾਨ ਸ਼ਹੀਦ ਹਨ, ਬਾਲ ਬੁੱਧ ਨਹੀਂ ਹੈ ਉਹਨਾਂ ਦੀ। ਗੁਰਬਾਣੀ 'ਚ ਤਾਂ ਇਹ ਵੀ ਲਿਖਿਆ ਹੈ ਕਿ ਬਾਲਕ ਦੀ ਬੁੱਧ ਜਿਹੜੀ ਹੈ ਚੰਚਲ ਹੁੰਦੀ ਹੈ। ਬਾਲਕ ਨੂੰ ਬਾਲਕ ਹੀ ਕਿਹਾ ਜਾ ਸਕਦਾ ਹੈ ਕਿਉਂਕਿ ਉਹਨੂੰ ਜ਼ਿਆਦਾ ਸਮਝ ਨਹੀਂ ਹੈ। ਇਸ ਕਰਕੇ ਕੋਈ ਵਧੀਆ ਸ਼ਬਦ, ਸਤਿਕਾਰਯੋਗ ਸ਼ਬਦ ਸਲਾਹ ਕਰਕੇ, ਪਹਿਲੀ ਗੱਲ ਹੈ ਵੀ ਸਲਾਹ ਕਰਨੀ ਚਾਹੀਦੀ ਸੀ। ਕੱਲ੍ਹ ਨੂੰ ਕੋਈ ਹੋਰ ਉੱਠ ਕੇ ਪੁਰਸਕਾਰ ਨਾ ਦੇਣ ਲੱਗ ਪਵੇ ਗੁਰੂਆਂ ਅਤੇ ਸ਼ਹੀਦਾਂ ਦੇ ਨਾਮ ਦੇ ਉੱਤੇ। ਇਸ ਤਰ੍ਹਾਂ ਜਿਹੜਾ ਵੀਰ ਬਾਲ ਸ਼ਬਦ ਵਰਤਿਆ ਹੈ, ਇਹ ਕੋਈ ਬਹੁਤਾ ਸਤਿਕਾਰਤ ਨਹੀਂ ਹੈ। ਕਈ ਇੱਥੇ ਤਰਕ ਕਰਦੇ ਨੇ ਕਿ 8ਵੇਂ ਪਾਤਸ਼ਾਹ ਨੂੰ ਫਿਰ ਬਾਲਾ ਪ੍ਰੀਤਮ ਕਿਉਂ ਆਖਦੇ ਹੋ। ਬਾਲਾ ਪ੍ਰੀਤਮ ਸ਼ਬਦ ਦੇ ਵਿੱਚ ਇੱਕ ਭਗਤੀ ਭਾਵ ਲੁਕਿਆ ਹੋਇਆ ਹੈ, ਉਹ ਕਿਰਤਮ ਨਾਮ ਹੈ। ਸੰਗਤਾਂ 8ਵੇਂ ਪਾਤਸ਼ਾਹ ਨੂੰ ਬਾਲਾ ਪ੍ਰੀਤਮ ਕਹਿ ਕੇ ਨਮਸਕਾਰ ਕਰਦੀਆਂ ਸਨ। ਪ੍ਰੀਤਮ ਦਾ ਅਰਥ ਹੈ ਪਿਆਰਾ, ਭਗਤੀ ਭਾਵ ਦੀ ਝਲਕ ਪੈਂਦੀ ਹੈ। ਇਹ ਅਧਿਆਤਮ ਪੱਖ ਨੂੰ ਲੈ ਕੇ ਹੈ, ਨਾ ਕਿ ਇੱਕ ਵੀਰ ਬਾਲਕ ਕਹਿ ਦੇਣਾ। ਇਹ ਬੜੇ ਛੋਟੇ ਦਰਜੇ ਦਾ ਇੱਕ ਸ਼ਬਦ ਹੈ। ਅਤੇ ਕਈ ਬਹੁਤੇ ਕਹਿ ਰਹੇ ਨੇ ਜੀ ਬਾਲ ਲੀਲਾ ਗੁਰਦੁਆਰਾ ਸਾਹਿਬ ਹੈ ਪਟਨਾ ਸਾਹਿਬ ਵਿਖੇ, ਉਹ ਤਾਂ ਮੋਦੀ ਨੇ ਨਹੀਂ ਰੱਖਿਆ, ਉਹਦੇ ਬਾਰੇ ਕੀ ਵਿਚਾਰ ਹੈ। ਗੁਰੂ ਸਾਹਿਬ ਨੇ ਜਦੋਂ ਸਰੀਰ ਕਰਕੇ ਛੋਟੀ ਉਮਰ ਦੇ ਵਿੱਚ ਸਨ, ਉੱਥੇ ਲੀਲਾ ਕੀਤੀ ਹੈ, ਕੌਤਕ ਕੀਤੇ ਹਨ।
ਉਹਨਾਂ ਨੂੰ ਦੇਖਦਿਆਂ ਹੋਇਆਂ ਸੰਗਤਾਂ ਨੇ ਬਾਲ ਲੀਲਾ ਗੁਰਦੁਆਰਾ ਸਾਹਿਬ ਉੱਥੇ ਸੁਸ਼ੋਭਿਤ ਕੀਤਾ ਹੈ ਅਤੇ ਉਦੋਂ ਗੁਰੂ ਸਾਹਿਬ ਗੁਰਤਾ ਗੱਦੀ ਦੇ ਉੱਤੇ ਵਿਰਾਜਮਾਨ ਨਹੀਂ ਸਨ। ਸੋ ਇਸ ਕਰਕੇ ਸਾਧ ਸੰਗਤ ਬਾਲ ਦਿਵਸ ਜਾਂ ਵੀਰ ਬਾਲ ਦਿਵਸ ਮਨਾਉਣਾ ਇਹ ਕੋਈ ਬਹੁਤੀ ਵੱਡੀ ਪ੍ਰਾਪਤੀ ਨਹੀਂ ਹੈ। ਇਹਨੂੰ ਵੀਰ ਬਾਲ ਦਿਵਸ ਕਹਿ ਲਓ ਜਾਂ ਬਾਲ ਦਿਵਸ ਕਹਿ ਲਓ, ਇਹ ਤੁਹਾਡੇ ਸਾਹਿਬਜ਼ਾਦਿਆਂ ਨੂੰ ਬੜੇ ਛੋਟੇ ਦਰਜੇ ਦੇ ਉੱਤੇ ਖੜ੍ਹਾ ਕਰਕੇ ਇੱਕ ਉਹਨਾਂ ਦੀ ਮਾਨਸਿਕਤਾ ਨੂੰ ਮਨੁੱਖੀਕਰਨ ਕਰਨ ਦੇ ਵਿੱਚ ਜ਼ੋਰ ਦਿੱਤਾ ਜਾ ਰਿਹਾ ਹੈ। ਇਹ ਗੱਲਾਂ ਨੂੰ ਬੜੀ ਬਰੀਕੀ ਨਾਲ ਸਮਝੋਗੇ ਤਾਂ ਸਮਝ ਆਉਣਗੀਆਂ, ਨਹੀਂ ਤਾਂ ਫਿਰ ਅੱਖਾਂ ਦੇ ਉੱਤੇ ਹੱਥ ਰੱਖ ਕੇ, ਕੰਨਾਂ ਉੱਤੇ ਹੱਥ ਰੱਖ ਕੇ, ਮੂੰਹ ਦੇ ਉੱਤੇ ਰੱਖ ਕੇ ਗਾਂਧੀ ਦੇ 3 ਬਾਂਦਰਾਂ ਵਾਂਗੂ ਜੋ ਚੱਲਦਾ ਹੈ ਚੱਲੀ ਜਾਣ ਦਿਓ। ਪਰ ਇਹਦੇ 'ਤੇ ਗੱਲ ਕਰਨੀ ਅਤੇ ਇਹਨੂੰ ਵਿਚਾਰਨਾ ਇਹ ਦੂਰਅੰਦੇਸ਼ੀ ਚਾਹੀਦੀ ਹੈ। ਵੀਰ ਬਾਲ ਦਿਵਸ ਜੇ ਹੁਣ ਤੁਸੀਂ ਮਨਾਉਣ ਲੱਗ ਪਏ, ਨਾ ਗੱਲ ਕੀਤੀ, ਇਸ ਤਰ੍ਹਾਂ ਜੇ ਹੋਰ ਵੀ ਇੱਦਾਂ ਦੇ ਅਨਾਊਂਸਮੈਂਟਾਂ ਹੋਣਗੀਆਂ ਵੀ ਫਲਾਣਾ ਦਿਨ ਗੁਰੂਆਂ ਦੇ ਨਾਮ 'ਤੇ, ਸ਼ਹੀਦਾਂ ਦੇ ਨਾਮ 'ਤੇ ਮਨਾਇਆ ਜਾਏਗਾ ਅਤੇ ਨਾਮ ਪੁੱਠੇ ਸਿੱਧੇ ਰੱਖ ਦਿੱਤੇ ਜਾਣਗੇ, ਅਤੇ ਫਿਰ ਤੁਸੀਂ ਗੱਲ ਨਹੀਂ ਕਰ ਸਕੋਗੇ, ਕਿਉਂਕਿ ਅਗਲਿਆਂ ਨੇ ਆਖਣਾ ਹੈ ਕਿ ਭਾਈ ਜਦੋਂ ਪਹਿਲਾਂ ਅਸੀਂ ਵੀਰ ਬਾਲ ਦਿਵਸ ਮਨਾਇਆ ਸੀ ਤੁਹਾਡਾ, ਉਹਦੇ 'ਤੇ ਤੁਸੀਂ ਬੜੀ ਸ਼ੋਭਾ ਕੀਤੀ ਸੀ, ਉਦੋਂ ਤੁਹਾਡੀ ਸਲਾਹ ਵੀ ਨਹੀਂ ਸੀ ਲਈ ਅਸੀਂ, ਅਤੇ ਹੁਣ ਤੁਸੀਂ ਆਖਦੇ ਵੀ ਸਾਡੇ ਤੋਂ ਪੁੱਛੇ ਬਿਨਾਂ ਹੀ ਸਾਡੇ ਗੁਰੂਆਂ ਦੇ ਨਾਮ ਦੇ ਉੱਤੇ ਵਿਗਾੜ ਕੇ ਤੁਸੀਂ ਪੁਰਸਕਾਰ ਦੇਣ ਲੱਗ ਪਏ ਹੋ। ਉਮੀਦ ਹੈ ਤੁਹਾਨੂੰ ਗੱਲ ਸਮਝ ਆ ਗਈ ਹੋਵੇਗੀ। ਸਾਹਿਬਜ਼ਾਦੇ ਬੱਚੇ ਨਹੀਂ ਹਨ, ਉਹਨਾਂ ਦਾ ਜੀਵਨ ਬੱਚਿਆਂ ਵਰਗਾ ਨਹੀਂ ਸੀ। ਜਾਂ ਉਹਨਾਂ ਨੂੰ ਇਕੱਲੇ ਬਹਾਦਰ ਕਹਿ ਦੇਣਾ, ਜਾਂ ਉਹਨਾਂ ਦੀ ਸੋਚ ਨੂੰ ਉੱਚੀ ਜਾਂ ਕ੍ਰਾਂਤੀਕਾਰੀ ਕਹਿ ਦੇਣਾ, ਇਹ ਬੜੇ ਛੋਟੇ ਦਰਜੇ ਦੀਆਂ ਗੱਲਾਂ ਹਨ। ਇਸ ਕਰਕੇ ਉਹਨਾਂ ਦੀ ਇਸ ਹਸਤੀ ਦੇ ਅੱਗੇ ਸਾਰੇ ਸ਼ਬਦ ਹੀ ਛੋਟੇ ਹਨ। ਪਰ ਫਿਰ ਵੀ ਇਸ ਵਿਸ਼ੇ ਦੇ ਉੱਤੇ ਵਿਚਾਰ ਹੋ ਸਕਦੀ ਹੈ। ਬੜੇ ਗਿਆਨੀ, ਵਿਦਵਾਨ, ਬੜੇ ਸਿਆਣੇ ਪੁਰਸ਼ ਪੰਥ ਦੇ ਵਿੱਚ ਮੌਜੂਦ ਹਨ। ਸੋ ਉਹਨਾਂ ਨਾਲ ਸਲਾਹ ਕਰਕੇ ਹੀ ਸਰਕਾਰ ਨੂੰ ਚੱਲਣਾ ਚਾਹੀਦਾ ਹੈ, ਅਤੇ ਅਗਾਂਹ ਵੀ ਜਦੋਂ ਕੋਈ ਇੱਦਾਂ ਦੇ ਫੈਸਲੇ ਕਰਨੇ ਹਨ, ਸਿੱਖ ਪੰਥ ਦੇ ਨਾਲ ਇੱਕ ਵਾਰੀ ਜ਼ਰੂਰ ਵਿਚਾਰ ਅਤੇ ਉਹਨਾਂ ਦੀ ਆਗਿਆ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਫਿਰ ਕਰਨਾ ਚਾਹੀਦਾ ਹੈ। ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਇੱਕ ਖੁਦ ਸਰਕਾਰ ਹੈ, ਸਰਕਾਰਾਂ ਦੀ ਵੱਡੀ ਸਰਕਾਰ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।